ਉਹ ਪਹਿਲਾਂ ਉਰਲੇ ਉਰਲੇ ਪਾਸੇ ਸੁਣਦੇ ਨੇ ਜਦੋਂ ਅਵਸਥਾਵਾਂ ਸ਼ੁਰੂ ਹੁੰਦੀਆਂ ਜੀਵ ਦੀਆਂ। ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘਾਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਤੰਤੀ ਸਾਜ ਸ਼ੁਰੂ ਵਿੱਚ ਸੁਣਨੇ ਆਰੰਭ ਹੁੰਦੇ ਨੇ ਅੰਦਰ। ਬੜਾ ਆਨੰਦ ਤਾਂ ਬੜਾ ਬਣਦਾ। ਸਿਆਣੇ ਦੱਸਦੇ ਨੇ ਜਿਨ੍ਹਾਂ ਦੇ ਹਿਰਦੇ 'ਚ ਇਹ ਜਾਪ ਹੁੰਦੇ ਨੇ, ਕਿਉਂਕਿ ਉਸ ਜਾਪ ਦੇ ਨਾਲ ਵਾਹਿਗੁਰੂ ਮੰਤਰ ਦੀ ਧੁਨੀ ਜਿਹੜੀ ਹੈ ਉਹ ਆਪਣੀ ਹੁੰਦੀ। ਇਹ ਵੀ ਦੋ ਤਰ੍ਹਾਂ ਦੇ ਵਾਜੇ ਵੱਜਦੇ ਨੇ। ਵਾਜੇ ਤਾਂ ਹੁਣ ਗਾਣੇ ਵਾਲੇ ਵੀ ਵਜਾਉਂਦੇ ਨੇ, ਉਹ ਗਾਣਾ ਗਾਉਂਦੇ ਨੇ। ਜੇ ਆਪਾਂ ਉੱਥੇ ਕਹੀਏ ਕਿ ਮੈਂ ਇੱਥੇ ਗਾਣੇ ਸੁਣਨੇ ਬਹਿ ਕੇ, ਆਪਣਾ ਉੱਥੇ ਜੀ ਨਹੀਂ ਲੱਗਣਾ, ਕਿਉਂਕਿ ਉਹ ਤਾਂ ਗਾਣੇ ਗਾਉਂਦੇ ਨੇ। ਵਾਜਾ ਤਾਂ ਉੱਥੇ ਵੱਜਦਾ। ਉੱਥੇ ਇਹਦੇ ਨਾਲੋਂ ਵੀ ਕਿਤੇ ਜ਼ਿਆਦਾ ਸਾਜ਼ ਵੱਜਦੇ ਨੇ ਗਾਇਕਾਂ ਦੇ ਕੋਲੇ, ਪਰ ਉੱਥੇ ਆਨੰਦ ਨਹੀਂ ਹੈ। ਪਰ ਜਿਹੜੇ ਹਿਰਦੇ ਦੇ ਅੰਦਰ ਵਾਜੇ ਵੱਜਦੇ ਨੇ, ਇੱਕ ਤਾਂ ਜੋਗੀਆਂ ਦੇ ਅੰਦਰ ਵਾਜੇ ਵੱਜਦੇ ਨੇ। ਜੋਗੀ ਜਿਹੜੇ ਨੇ ਉਹਨਾਂ ਦੇ ਹਿਰਦੇ 'ਚ ਵੱਜਦਾ ਤੰਤੀ ਸਾਜ਼, ਢੋਲਕੀ, ਛੈਣੇ, ਖੜਤਾਲਾਂ। ਇਸੇ ਪ੍ਰਕਾਰ ਜਿਵੇਂ ਘੜੇ ਦੇ ਉੱਤੇ ਚਮੜਾ ਬੰਨ੍ਹ ਕੇ ਵਜਾਉਂਦੇ ਨੇ, ਉਹ ਚੀਜ਼ ਵੱਜਦੀ ਹੈ। ਇਸ ਤਰ੍ਹਾਂ ਸਾਰੇ ਜਿਹੜੇ ਵਾਜੇ ਨੇ ਇਹ ਵੱਜਦੇ ਹਨ। ਪਰ ਇਹ ਹੁਣ ਜੇ ਆਪਾਂ ਕਹੀਏ ਕਿ ਇਕੱਲੇ ਇੱਥੇ ਰਾਗੀ ਬੈਠ ਜਾਣ ਆ ਕੇ, ਇੱਕ ਜਣਾ ਜੋੜੀ ਵਜਾਈ ਜਾਵੇ ਤੇ ਇੱਕ ਜਣਾ ਬਾਜਾ ਵਜਾਈ ਜਾਵੇ, ਇੱਕ ਜਣਾ ਪਿੱਛੇ ਕੋਈ ਇਲੈਕਟ੍ਰਿਕ ਸਾਜ਼ ਵਜਾਵੇ, ਭਾਵੇਂ 50 ਸਾਜ਼ ਲੈ ਕੇ ਰਾਗੀ ਬੈਠ ਜਾਣ, ਪਰ ਸ਼ਬਦ ਨਾ ਗਾਇਨ ਕਰਨ, ਤੁਸੀਂ ਸਾਰੇ ਖੜੇ ਹੋ ਕੇ ਕਹੋਗੇ ਭਾਈ ਸਾਹਿਬ ਇਹ ਕੀ ਹੋ ਰਿਹਾ? ਤੁਸੀਂ ਕੀਰਤਨ ਨਹੀਂ ਕਰ ਰਹੇ, ਨਾਲ ਸ਼ਬਦ ਨਹੀਂ ਪੜ੍ਹ ਰਹੇ, ਚੰਗੇ ਤੁਸੀਂ ਰਾਗੀ ਹੋ, ਅੱਧੇ ਘੰਟੇ ਤੋਂ ਟੈਂ ਲਾਈ ਤੁਸੀਂ। ਇਸੇ ਤਰ੍ਹਾਂ ਹੀ ਜਿਹੜੀ ਇਹ ਜੋਗੀ ਲੋਕ ਨੇ, ਇਹਨਾਂ ਦੇ ਅੰਦਰ ਕੱਲਾ ਹੀ ਵਾਜਾ ਵੱਜਦਾ ਹੈ। ਇਹ ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ। ਉਹ ਇਹਨੂੰ ਹੀ ਬੜੀ ਵੱਡੀ ਪ੍ਰਾਪਤੀ ਸਮਝਦੇ ਆ ਕਿ ਮੇਰੇ ਅੰਦਰ ਤੰਤੀ ਸਾਜ਼ ਵੱਜ ਪਿਆ। ਸਧਾਰਨ ਵਿਅਕਤੀ ਆਪਣੇ ਵਿੱਚ ਵੀ ਕਿਸੇ ਦੀ ਇਹੋ ਜਿਹੀ ਮਾੜੀ ਜਿਹੀ ਅਵਸਥਾ ਬਣ ਗਈ, ਆਪਾਂ ਵੀ ਪੂਰੇ ਪਟਿਆਲੇ ਨੂੰ ਦੱਸਣ ਦਾ ਯਤਨ ਕਰਾਂਗਾ ਮੈਨੂੰ ਤੰਤੀ ਸਾਜ਼ ਸੁਣਨ ਲੱਗ ਪਏ, ਮੇਰੇ ਅੰਦਰ ਢੋਲਕੀ ਸੁਣਦੀ ਮੈਨੂੰ। ਔਰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਦਾ ਫਾਇਦਾ ਕੀ ਹੈ? ਗੁਰੂ ਅਮਰਦਾਸ ਜੀ ਕਹਿੰਦੇ ਦਾ ਫਾਇਦਾ ਕੀ ਹੈ? ਜਦੋਂ ਤੱਕ ਇਹਨਾਂ ਤੰਤੀ ਸਾਜ਼ਾਂ ਨਾਲ, ਇਸ ਢੋਲਕੀ ਨਾਲ ਜਾਪ ਸਿਮਰਨ ਸ਼ੁਰੂ ਨਹੀਂ ਹੁੰਦਾ, ਕਿਉਂਕਿ ਅਸੀਂ ਪਹਿਲਾਂ ਤੋਂ ਹੀ ਜਿਹੜੀ ਨੀਂਹ, ਜੋਗੀਆਂ ਨੇ ਨੀਂਹ ਆਪਣੀ ਗਲਤ ਰੱਖੀ ਹੈ। ਉਹਨਾਂ ਨੇ ਸਵਾਸ ਉੱਪਰ ਨੂੰ ਚੜਾਏ ਨੇ ਹਠ ਯੋਗ ਦੇ ਨਾਲ। ਕੱਲੇ ਸਵਾਸ ਉੱਪਰ ਚੜਾਉਣ ਦਾ ਕੀ ਫਾਇਦਾ? ਕਿਉਂਕਿ ਉਹਨਾਂ ਨੇ ਸਵਾਸ ਕੱਲੇ ਚੜਾਏ ਨੇ। ਸਤਿਗੁਰੂ ਨੇ ਸਾਨੂੰ ਕਿਹਾ ਕਿ ਸਵਾਸਾਂ ਨਾਲ ਸਿਮਰਨ ਜੋੜ ਕੇ ਚੱਲੋ। ਜਦੋਂ ਸਿਮਰਨ ਸਵਾਸਾਂ ਨਾਲ ਜੁੜ ਕੇ ਉੱਪਰ ਨੂੰ ਜਾਂਦਾ ਹੈ, ਜੇ ਉੱਥੇ ਕੋਈ ਸਾਜ਼ ਵੱਜਦੇ ਵੀ ਨੇ ਤਾਂ ਉਹ ਵਾਹਿਗੁਰੂ ਮੰਤਰ ਦੇ ਨਾਲ ਮਿਲ ਕੇ ਵੱਜਦੇ ਨੇ। ਇੱਕ ਮਿੱਠੀ ਧੁਨੀ ਪੈਦਾ ਹੁੰਦੀ ਹੈ। ਭਾਈ ਵੀਰ ਸਿੰਘ ਨੇ ਜਿਵੇਂ ਮਹਾਂਪੁਰਸ਼ਾਂ ਨੂੰ ਦੱਸਿਆ ਸੀ, ਕਹਿੰਦੇ ਮਹਾਰਾਜ ਜਦੋਂ ਮੈਂ ਕਾਰ ਚਲਾਉਣਾ ਹਾਂ, ਮੇਰੀ ਕਾਰ ਵਿੱਚੋਂ ਮੈਨੂੰ ਆਵਾਜ਼ ਆਉਂਦੀ, ਧੰਨ ਨਿਰੰਕਾਰ ਤੂੰ ਹੀ ਨਿਰੰਕਾਰ, ਧੰਨ ਨਿਰੰਕਾਰ ਤੂੰ ਹੀ ਨਿਰੰਕਾਰ। ਇਸੇ ਤਰ੍ਹਾਂ ਹੀ ਗੁਰਮੁਖਾਂ ਪਿਆਰਿਆਂ ਨੂੰ ਜਿਹੜੇ 5 ਸ਼ਬਦ ਪ੍ਰਾਪਤ ਹੁੰਦੇ ਨੇ, ਸ੍ਰੇਸ਼ਟ ਸ਼ਬਦ ਪ੍ਰਾਪਤ ਹੁੰਦੇ ਨੇ, ਉਹ ਨਾਮ ਦੀ ਧੁਨੀ ਸੰਯੁਕਤ ਹੁੰਦੇ ਨੇ। ਘਰ ਸੁਭਾਗੈ ਸ਼ਬਦ ਵਾਜੇ, ਉਸ ਹਿਰਦੇ ਰੂਪੀ ਘਰ ਦੇ ਵਿੱਚ, ਭਾਗਾਂ ਵਾਲੇ ਘਰ ਦੇ ਵਿੱਚ ਨਾਮ ਦੇ ਸ਼ਬਦ ਵੱਜਦੇ ਨੇ। ਕਲਾ ਜਿਤ ਘਰ ਧਾਰਿਆ, ਜਿੱਥੇ ਜਿਸ ਘਰ ਦੇ ਵਿੱਚ ਤੁਸੀਂ ਆਪਣੀ ਨਾਮ ਰੂਪੀ ਕਲਾ ਸ਼ਕਤੀ ਨੂੰ ਧਾਰਨ ਕੀਤਾ, ਰੱਖਿਆ, ਉੱਥੇ ਹੀ ਇਹ ਵਾਜੇ ਵੱਜਦੇ ਨੇ। ਭਾਗਾਂ ਵਾਲਿਆਂ ਦੇ ਹਿਰਦੇ 'ਚ ਥੋੜਾ ਥੋੜਾ ਫਰਕ ਹੈ। ਜਿਹੜੇ ਤੇ ਆਮ ਜੀਵ ਨੇ ਸੰਸਾਰ ਦੇ ਅੰਦਰ, ਜਿਵੇਂ ਕਈ ਕਹਿਣਗੇ ਇਹ ਆਪਣੇ ਦਸਮ ਦਵਾਰ ਆਪਣੇ ਗੁਰੂ ਘਰ 'ਚ ਨਹੀਂ, ਇਹ ਜੋਗੀਆਂ ਦੀਆਂ ਗੱਲਾਂ ਨੇ, ਉਹਨਾਂ ਬੰਦਿਆਂ ਅੰਦਰ ਭੁਲੇਖਾ ਹੈ। ਚੀਜ਼ ਇੱਕੋ ਹੀ ਹੈ, ਚੀਜ਼ ਇੱਕੋ ਹੀ ਹੁੰਦੀ ਹੈ, ਜਾਣ ਦਾ ਫਰਕ ਹੁੰਦਾ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਦੁੱਖ ਮਹਾਤਮਾ ਵੀ ਭੋਗਦੇ ਨੇ, ਦੁੱਖ ਮਨਮੁਖ ਵੀ ਭੋਗਦਾ ਹੈ। ਦੁੱਖ ਤਾਂ ਬਰਾਬਰ ਹੀ ਆਉਂਦਾ ਹੈ। ਮਹਾਤਮਾ ਆਪਣੇ ਸਿਰ ਦੇ ਉੱਤੇ ਦੁੱਖ ਲੈ ਕੇ ਦੂਜੇ ਨੂੰ ਸੁੱਖ ਦਿੰਦੇ ਨੇ। ਉਹ ਇਸ ਤਰ੍ਹਾਂ ਦੁੱਖ ਭੋਗਦੇ ਨੇ ਕਿ ਦੂਸਰੇ ਸੁਖੀ ਹੋ ਜਾਣ, ਮੈਂ ਭਾਵੇਂ ਦੁਖੀ ਰਹਾਂ।
ਉਹ ਵੀ ਦੁੱਖ ਭੋਗਦੇ ਨੇ ਪਰ ਦੂਜੇ ਨੂੰ ਸੁਖੀ ਕਰਨ ਵਾਸਤੇ। ਤੇ ਮਨਮੁਖ ਲੋਕ ਦੁੱਖ ਭੋਗਦੇ ਨੇ, ਆਪ ਵੀ ਦੁਖੀ ਹੁੰਦੇ ਨੇ, ਦੂਜੇ ਨੂੰ ਵੀ ਦੁਖੀ ਕਰਦੇ ਨੇ। ਗੱਲ ਦਾ ਫਰਕ ਕੋਈ ਨਹੀਂ, ਮਨਮੁਖ ਤੇ ਗੁਰਮੁਖ ਦੇ ਸਰੀਰਕ ਆਕਾਰ ਵਿੱਚ ਕੋਈ ਫਰਕ ਨਹੀਂ ਹੈ। ਰੋਟੀ ਪਾਣੀ ਸਾਰਾ ਇੱਕ ਜੈਸਾ ਹੀ ਖਾਂਦੇ ਨੇ, ਸਵਾਸ ਇੱਕ ਜੈਸੇ ਲੈਂਦੇ ਨੇ, ਉਹਨਾਂ ਦੇ ਕਰਮ ਵਿੱਚ ਫਰਕ ਹੁੰਦਾ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਜੋਗੀ ਨੇ, ਜੋਗੀ ਜਿਹੜੇ ਨੇ ਉਹ ਆਪਣੇ ਅੰਦਰ ਸ਼ਬਦ ਵਜਾ ਲੈਂਦੇ ਨੇ। ਜਿਵੇਂ ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਸੰਤੋਖਸਰ ਸਾਹਿਬ ਗੁਰਦੁਆਰਾ ਪ੍ਰਗਟ ਹੋਇਆ, ਮੱਠ ਵਿੱਚੋਂ ਜੋਗੀ ਨਿਕਲਿਆ, ਕਦੋਂ ਦਾ ਬੈਠਾ, ਬਾਬਾ ਬੁੱਢਾ ਜੀ ਨੇ 5 ਉਂਗਲਾਂ ਖੜੀਆਂ ਕਰਕੇ ਕਿਹਾ, ਜੋਗੀ ਵੱਲ ਇਸ਼ਾਰਾ ਕੀਤਾ, 5 ਉਂਗਲਾਂ ਖੜੀਆਂ ਕੀਤੀਆਂ। ਜੋਗੀ ਕਹਿੰਦਾ ਨਾ। ਸਾਰੀ ਸੰਗਤ ਕਹੇ ਬਾਬਾ ਜੀ ਇਹ ਕੀ ਗੱਲ ਪੁੱਛੀ ਤੁਸੀਂ ਇਹਨਾਂ ਨੂੰ? ਬਾਬਾ ਜੀ ਕਹਿੰਦੇ ਮੈਂ ਇਹਨੂੰ ਪੁੱਛਿਆ 5 ਬੱਸ ਕਰ ਲੈ? ਉਹ ਕਹਿੰਦਾ ਨਾ। ਸਤਜੁਗ ਦਾ ਬੈਠਾ ਜੋਗੀ ਦਸਮ ਦੁਆਰ ਦੇ ਵਿੱਚ ਸਵਾਸ ਚੜਾ ਕੇ ਉਹ ਤੋਂ 5 ਬੱਸ ਨਹੀਂ ਹੋਏ। ਇਹ 5 ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੱਸ ਨਹੀਂ ਹੁੰਦੇ। ਜੇ ਸਵਾਸ ਚੜਾਉਣ ਨਾਲ ਬੱਸ ਵਿੱਚ ਹੁੰਦੇ ਤਾਂ ਜੋਗੀ ਬ੍ਰਹਮ ਗਿਆਨੀ ਬਣ ਜਾਂਦੇ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆ ਕੇ ਗੋਰਖ ਨੂੰ ਉਪਦੇਸ਼ ਦਿੱਤਾ, ਮੰਗਲਨਾਥ ਚਰਪੜਨਾਥ ਨੂੰ। ਸਤਿਗੁਰੂ ਕਹਿੰਦੇ ਜਦ ਤੱਕ ਸ਼ਬਦ ਨਾਲ ਨਹੀਂ ਜੁੜਦਾ ਉਦੋਂ ਤੱਕ ਇਹ ਜਿੰਨੇ ਮਰਜ਼ੀ ਸਵਾਸ ਚੜਾਈ ਜਾਵੇ, ਜਿੰਨੇ ਮਰਜ਼ੀ ਵਾਜੇ ਵੱਜੀ ਜਾਣ। ਆ ਕਈ ਦੂਸਰੇ ਜਿਹੜੇ ਨਕਲੀ ਜਿਹਨੇ ਜਾਂ ਹੋਰ ਕਈ ਬਣੇ ਬੈਠੇ ਨੇ, ਇਹ ਲੋਕਾਂ ਨੂੰ ਕਹਿੰਦੇ ਆ ਮੈਂ ਤੁਹਾਨੂੰ ਅਨਹਦ ਸ਼ਬਦ ਸੁਣਾਉਣਾ। ਇਹ ਗੁੰਮਰਾਹ ਕਰਨ ਵਾਲੀ ਗੱਲ ਹੈ। ਅਨਹਦ ਸ਼ਬਦ ਜਿਹੜੇ ਸੁਣਾਉਣੇ ਨੇ ਉੱਥੇ ਕੋਈ ਖਾਸ ਉਹ ਗੱਲ ਫਿਰ ਬਣਦੀ ਨਹੀਂ। ਸ਼ਬਦ ਤਾਂ ਇਕੱਲੇ ਸੁਣ ਜਾਂਦੇ ਨੇ, ਆ ਵੀ ਮੈਂ ਤੈਨੂੰ ਵਾਜਾ ਸੁਣਾਉਣਾ। ਵਾਜਾ ਤਾਂ ਮੈਂ ਵੀ ਸੁਣਾ ਲੈਣਾ, ਮੈਂ ਵਜਾ ਲੈਣਾ ਵਾਜਾ, ਮੈਂ ਵੀ ਸੁਰਾਂ ਤੇ ਹੱਥ ਰੱਖੀ ਜਾਂਦਾ, ਪਰ ਮੈਨੂੰ ਸ਼ਬਦ ਨਹੀਂ ਗਾਉਣਾ ਆਉਂਦਾ, ਨਾ ਤਾਲ ਆਉਂਦਾ, ਨਾ ਮੈਨੂੰ ਗਿਆਨ ਹੈ। ਤੁਸੀਂ ਕਹੋਗੇ ਇਹ ਕੀ ਹੋਇਆ, ਬੱਚਿਆਂ ਵਾਂਗੂ ਵਾਜਾ ਵਜਾਈ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਹੜੇ 5 ਦੂਤ ਅਸਲ ਵਿੱਚ ਤਾਂ ਨਾਮ ਇਸ ਕਰਕੇ ਜਪਿਆ ਕਿ 5 ਦੂਤ ਵਸ ਵਿੱਚ ਕਰਨੇ ਨੇ। 5 ਦੂਤ ਤੁਧ ਵਸ ਕੀਤੇ, ਇਹ ਤਾਂ ਤੁਹਾਡੀ ਕਿਰਪਾ ਨਾਲ ਹੀ ਵਸ ਵਿੱਚ ਹੋਏ ਨੇ, ਮੇਰੇ ਜ਼ੋਰ ਨਾਲ ਵਸ ਵਿੱਚ ਨਹੀਂ ਆਉਂਦੇ। ਇਹ ਤਾਂ ਜਿਹੜੀ ਤੁਸੀਂ ਨਾਮ ਦੀ ਕਲਾ ਰੱਖੀ ਹੈ ਨਾ, ਸਾਡੇ ਅੰਦਰ ਨਾਮ ਦੀ ਕਿਰਪਾ ਕੀਤੀ ਹੈ। ਕਾਲ ਕੰਟਕ ਮਾਰਿਆ, ਜਿਹੜਾ ਕਾਲ ਸੀ ਕੰਟਕ ਦੁਖਦਾਈ ਕੰਡੇ ਵਾਂਗੂ, ਉਹ ਤੁਸੀਂ ਮਾਰਿਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਤੁਸੀਂ ਮਿਹਰ ਕੀਤੀ। ਕਿਉਂਕਿ ਤੀਜੇ ਪਾਤਸ਼ਾਹ ਜਦੋਂ ਬਾਣੀ ਉਚਾਰਨਗੇ ਉਹ ਉਹਨਾਂ ਦਾ ਹਮੇਸ਼ਾ ਜਿਹੜਾ ਸਰੂਪ ਪਾਠ ਕਰਦਾ ਹੈ, ਬਾਣੀ ਉਚਾਰਨ ਕਰਦਾ, ਉਹ ਆਪਣੇ ਤੋਂ ਪਹਿਲੇ ਸਰੂਪ ਵੱਲ ਜਾਂ ਪਹਿਲਿਆਂ ਸਾਰਿਆਂ ਸਰੂਪਾਂ ਵੱਲ ਇਸ਼ਾਰਾ ਕਰਦੇ ਨੇ। ਪਹਿਲੇ ਤੇ ਦੂਜੇ ਪਾਤਸ਼ਾਹ ਨੂੰ ਕਹਿੰਦੇ ਇਹ ਤਾਂ ਸੱਚੇ ਪਾਤਸ਼ਾਹ ਤੁਸੀਂ ਹੀ ਕਿਰਪਾ ਕੀਤੀ ਹੈ, 5 ਦੂਤ ਤੁਸੀਂ ਆਪ ਹੀ ਵਸ ਵਿੱਚ ਕੀਤੇ ਨੇ। ਕਾਲ ਕੰਟਕ ਮਾਰਿਆ, ਕਾਲ ਰੂਪੀ ਕੰਡਾ ਮਾਰ ਦਿੱਤਾ, ਖਤਮ ਕਰ ਦਿੱਤਾ। ਪਰ ਇਹ ਚੀਜ਼ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀ। ਸਾਰੀ ਦੁਨੀਆ ਤੁਰੀ ਫਿਰਦੀ ਹੈ, ਧੁਰ ਕਰਮ ਪਾਇਆ ਤੁਧ ਜਿਨ ਕੋ। ਇਹ ਤਾਂ ਧੁਰੋਂ ਹੀ ਕਿਸੇ ਦੇ ਮਸਤਕ ਤੇ ਤੁਸੀਂ ਬਖਸ਼ਿਸ਼ ਕੀਤੀ ਹੈ। ਆਲਸ ਨੂੰ ਤਿਆਗ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹ ਬੈਠਦਾ ਵਾਹਿਗੁਰੂ ਵਾਹਿਗੁਰੂ ਕਰਨ, ਸੇ ਨਾਮ ਹਰ ਕੈ ਲਾਗੇ। ਉਹ ਹਰੀ ਨਾਮ ਨੂੰ ਜਪਣ ਵਿੱਚ ਲੱਗ ਜਾਂਦੇ ਨੇ ਜਿਨ੍ਹਾਂ ਦੇ ਮਸਤਕ ਤੇ ਧੁਰੋਂ ਆਪਾਂ ਜ਼ੋਰ ਲਾ ਹਟਦੇ ਆ, ਅਲਾਰਮ ਵੀ ਲਾ ਕੇ ਸੌਂਦੇ ਆ, ਸਭ ਕਰਦੇ ਆ। ਜਦ ਸਵੇਰ ਦਾ ਵੇਲਾ ਆਉਂਦਾ ਉਦੋਂ ਕਹਿੰਦੇ ਹੇ ਮਹਾਰਾਜ ਮੈਂ ਤਾਂ ਰਜਾਈ 'ਚ ਹੀ ਚੰਗਾ, ਮੈਂ ਨਹੀਂ ਉੱਠ ਸਕਦਾ। ਕਈ ਕਹਿੰਦੇ ਮੈਂ ਤਾਂ ਫਿਰ ਰਜਾਈ 'ਚ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ, ਬਸ ਨਾ ਨਹੀਂ ਮੈਂ ਸਕਦਾ। ਉਹ ਤੇਰੇ ਲਿਖਿਆ ਹੀ ਨਹੀਂ ਹੋਇਆ। ਜਦ ਤੇਰੇ ਲਿਖਿਆ ਨਹੀਂ ਹੋਇਆ, ਬਿਨਾਂ ਲਿਖੇ ਤੋਂ ਤੁਸੀਂ ਕੋਈ ਕੰਮ ਕਰਕੇ ਦੁਨੀਆ 40,000 ਤੋਂ ਕਿਵੇਂ ਮੰਗ ਸਕਦਾ? ਹਰ ਗੱਲ ਲਿਖਤੀ ਵਿੱਚ ਆਪਣੇ ਮੱਥੇ ਤੇ ਲਿਖਿਆ ਹੀ ਨਹੀਂ ਹੋਇਆ ਵੀ ਇਹਨੇ ਅੰਮ੍ਰਿਤ ਵੇਲੇ ਉੱਠਣਾ ਤੇ ਇਹਨੇ ਬਾਣੀ ਪੜ੍ਹਨੀ ਤੇ ਇਹਨੇ ਸਿਮਰਨ ਕਰਨਾ, ਲਿਖਿਆ ਨਹੀਂ ਹੋਇਆ। ਹੁਣ ਇਸੇ ਕਰਕੇ ਤਾਂ ਜੋੜੇ ਝਾੜਦੇ ਸੰਗਤ ਦੇ, ਇਸੇ ਕਰਕੇ ਸੇਵਾ ਕਰਦੇ ਆ, ਇਸੇ ਕਰਕੇ ਦਸਵੰਧ ਕੱਢਦੇ ਆ, ਇਸੇ ਕਰਕੇ ਮਿਹਨਤ ਮੁਸ਼ੱਕਤ ਕਰਦੇ ਆ, ਇਸੇ ਕਰਕੇ ਇੱਥੇ ਆ ਕੇ ਬੈਠੇ ਆ ਵੀ ਸਾਡੇ ਮੱਥੇ ਤੇ ਵੀ ਲਿਖ ਦਿਓ ਮਹਾਰਾਜ। ਜੇ ਉੱਥੇ ਨਹੀਂ ਲਿਖਦਿਆ ਤਾਂ ਇੱਥੇ ਲਿਖ ਦਿਓ। ਮੱਥਾ ਚੰਗੀ ਤਰ੍ਹਾਂ ਅੱਗੇ ਲਾ ਕੇ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੰਗੀ ਤਰ੍ਹਾਂ ਮੱਥਾ ਲਾ ਕੇ ਕਹੋ ਮਹਾਰਾਜ ਮੇਰਾ ਲੇਖ ਠੀਕ ਕਰ ਦਿਓ ਸੱਚੇ ਪਾਤਸ਼ਾਹ, ਮੈਂ ਇੱਥੋਂ ਸਵੇਰੇ ਉੱਠਿਆ ਨਹੀਂ ਜਾਂਦਾ, ਮੈਨੂੰ ਆਲਸ ਪੈ ਜਾਂਦਾ, ਮੇਰੇ ਕੋਲੋਂ ਸਿਮਰਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਭਾਈ ਧੁਰੋਂ ਜਿਵੇਂ ਲਿਖਿਆ ਹੋਇਆ ਉਹ ਤਾਂ ਫਿਰ ਆਪਾਂ ਵੀ ਬੇਨਤੀ ਕਰਾਂਗੇ ਧੁਰ ਕੀ ਬਾਣੀ ਆਈ। ਹੁਣ ਜਿਵੇਂ ਸੰਸਾਰੀ ਪ੍ਰਮਾਣ ਕਈ ਵਾਰ ਦੇਣਾ ਪੈਂਦਾ,
ਹੁਣ ਜਦ ਜਿਹੜਾ ਕੋਈ ਵੀ ਚਲੋ ਮੁੱਖ ਮੰਤਰੀ ਲਾ ਲਓ ਜੀ, ਉਹ ਜਦ ਇੱਥੇ ਆਉਂਦੇ ਵੀ ਇੱਥੇ ਆ ਕੇ ਹੁਣ ਜਦ ਉੱਥੋਂ ਇੱਥੇ ਆ ਗਏ ਇੱਥੇ ਵੀ ਕੰਮ ਕਰ ਦਿੰਦੇ ਆ। ਹੁਣ ਜਦ ਉਹ ਇੱਥੇ ਆ ਗਏ, ਹੁਣ ਚੰਡੀਗੜ੍ਹ ਜੇ ਆਪਾਂ ਲੱਭਦੇ ਫਿਰੀਏ ਵੀ ਸਾਰਾ ਦਿਨ ਸੰਗਤ ਦਰਸ਼ਨ ਤਾਂ ਇੱਥੇ ਹੋਣੇ ਨੇ, ਤੇ ਚੰਡੀਗੜ੍ਹ ਉੱਥੇ ਲੱਭਦੇ ਫਿਰੀਏ ਉਹ ਤਾਂ ਇੱਥੇ ਆਏ ਹੋਏ ਨੇ, ਉਹ ਇੱਥੇ ਕੰਮ ਕਰੀ ਜਾਂਦੇ ਨੇ ਸਭ ਦੇ। ਜਦ ਗੁਰੂ ਗ੍ਰੰਥ ਸਾਹਿਬ ਧੁਰ ਕੀ ਬਾਣੀ ਇੱਥੇ ਹੁਣ ਆ ਗਈ ਹੈ, ਹੁਣ ਤੁਸੀਂ ਕਹੋ ਮੈਂ ਸੱਚਖੰਡ ਜਾ ਕੇ ਲੇਖ ਲਿਖਾ ਕੇ ਲਿਆਉਣੇ, ਧੁਰਾਂ ਵਾਲਾ ਖੁਦ ਹੀ ਇੱਥੇ ਆਇਆ ਹੋਇਆ, ਸੰਗਤ ਦੇ ਰੋਜ਼ ਦਰਸ਼ਨ ਕਰਦੇ ਨੇ, ਸੰਗਤ ਨੂੰ ਰੋਜ਼ ਦਰਸ਼ਨ ਦਿੰਦੇ ਨੇ। ਸਵੇਰੇ 3 ਵਜੇ, ਕਿਤੇ 1 ਵਜੇ, ਕਿਤੇ 2 ਵਜੇ, ਕਿਤੇ 5 ਵਜੇ ਪ੍ਰਕਾਸ਼ ਹੋ ਜਾਂਦੇ ਤੇ ਰਾਤ ਤੱਕ ਪ੍ਰਕਾਸ਼ ਹੀ ਰਹਿੰਦੇ ਨੇ। ਆ ਜਾਓ ਭਾਈ, ਜਿੰਨਿਆਂ ਨੇ ਆਉਣਾ ਆ ਜਾਓ ਭਾਈ, ਭੰਡਾਰੇ ਸਾਡੇ ਖੁੱਲੇ ਨੇ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਮਹਾਰਾਜ ਕਹਿੰਦੇ ਮੈਂ ਤਲੀ ਤੇ ਰੱਖਿਆ ਹੋਇਆ ਸਾਰਾ ਕੁਝ, ਆ ਜਾਓ ਲੈ ਜਾਓ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ ਉਹੀ ਨਾਮ ਦੇ ਵਿੱਚ ਜੁੜਦੇ ਨੇ। ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਬਾਜੇ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਉੱਥੇ ਆਤਮਿਕ ਆਨੰਦ ਹੋਇਆ। ਉਸ ਹਿਰਦੇ ਰੂਪੀ ਘਰ ਦੇ ਵਿੱਚ ਇੱਕ ਰਸ ਵਾਜੇ ਵੱਜੇ ਨੇ, ਨਾਮ ਦੇ ਵਾਜੇ, ਗੁਣਾਂ ਦੇ ਵਾਜੇ। ਉਸ ਹਿਰਦੇ ਦੇ ਵਿੱਚ ਇਹ ਅਨੁਭਵ ਹੋ ਜਾਂਦਾ ਕਿ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਉੱਥੇ ਆਨੰਦ ਪ੍ਰਾਪਤ ਹੋ ਜਾਂਦਾ ਹੈ। ਔਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਜਿਹੜੀ ਆਪਾਂ ਨੂੰ ਦੇਹੀ ਮਿਲੀ ਹੋਈ ਹੈ, ਦੇਹੀ ਜਿਹੜੀ ਹੈ ਜਦ ਤੱਕ ਪਰਮੇਸ਼ਰ ਦੇ ਵਿੱਚ ਆਪਾਂ ਲਿਵ ਜੋੜ ਕੇ ਬੈਠਦੇ ਨਹੀਂ ਉਦੋਂ ਤੱਕ ਦੇਹੀ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ। ਐਵੇਂ ਹੀ ਸੁੱਧੀ ਤੇ ਨਿਮਾਣੀ ਜੀ ਦੇਹੀ ਤੁਰੀ ਫਿਰਦੀ ਹੈ ਸਾਡੀ। ਸੱਚੀ ਲਿਵੇ ਬਿਨ ਦੇਹ ਨਿਮਾਣੀ, ਸੱਚੀ ਲਿਵ ਜੋੜੇ ਤੋਂ ਬਿਨਾਂ ਇਹ ਸਾਡੀ ਦੇਹੀ ਨਿਮਾਣੀ ਜੀ ਹੈ। ਨਿਮਾਣਾ ਉਹ ਹੁੰਦਾ ਜਿਹਨੂੰ ਕੋਈ ਮਾਣ ਨਾ ਮਿਲੇ, ਕਿਤੇ ਧੱਕੇ ਹੀ ਪੈਂਦੇ ਹੋਣ ਹਰ ਜਗ੍ਹਾ ਦੇ ਉੱਤੇ। ਵਾਸਤਵ ਦੇ ਵਿੱਚ ਆਪਾਂ ਇਹ ਸਮਝਦੇ ਹਾਂ ਮੈਨੂੰ ਅਹੁਦਾ ਮਿਲ ਗਿਆ, ਕੋਈ ਵੱਡਾ ਅਹੁਦਾ ਮਿਲ ਜੇ ਕਿਸੇ ਨੂੰ, ਜਾਂ ਆਪਣੇ ਮਕਾਨ ਸੋਹਣੇ ਬਣਾ ਲਏ ਨੇ, ਜਾਂ ਕੋਈ ਸਾਧਨ ਹੋ ਗਏ ਨੇ। ਇਹ ਗੱਲ ਨਹੀਂ ਹੁੰਦੀ, ਇਹ ਤੇ ਫਜ਼ੂਲ ਦੀਆਂ ਗੱਲਾਂ ਨੇ। ਤੁਸੀਂ ਗੱਲ ਕਰੋ ਕਿ ਤੁਹਾਨੂੰ ਮਾਣ ਮਿਲਿਆ ਕਿ ਨਹੀਂ? ਮਾਣ ਨਹੀਂ ਮਿਲਿਆ। ਜਦ ਤੱਕ ਆਪਾਂ ਨੂੰ ਮਾਣ ਸਤਿਕਾਰ ਅਕਾਲ ਪੁਰਖ ਦੇ ਦਰ ਤੋਂ ਨਹੀਂ ਮਿਲਦਾ ਉਦੋਂ ਤੱਕ ਆਪਾਂ ਨਿਮਾਣਾ ਹੀ ਤੁਰੇ ਫਿਰਦੇ ਹਾਂ। ਜਿਸ ਦਿਨ ਸਤਿਗੁਰੂ ਨੇ ਆਪਾਂ ਨੂੰ ਨਾਮ ਦਾ ਮਾਣ ਦੇ ਦਿੱਤਾ, ਭਗਤੀ ਦਾ ਸਿਰੋਂ ਪਾਉ ਦੇ ਦਿੱਤਾ, ਉਦੋਂ ਆਪਾਂ ਮਾਣ ਵਾਲੇ ਬਣ ਜਾਵਾਂਗੇ। ਜਦ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਠੇਡਾ ਲੱਗ ਕੇ ਮਹਾਰਾਜ ਡਿੱਗ ਪਏ, ਗਾਗਰ ਸਿਰ ਤੇ ਰੱਖੀ ਹੋਈ ਹੈ, ਉਸ ਵਕਤ ਜਲਾਹੀ ਕਹਿਣ ਲੱਗੀ ਐਵੇਂ ਤੁਰਿਆ ਫਿਰਦਾ ਨਥਾਵਾਂ, ਪੁੱਠਾ ਜਿਹਾ ਨਾਂ ਲੈ ਕੇ ਕਹਿੰਦੀ। ਗੁਰੂ ਅੰਗਦ ਦੇਵ ਮਹਾਰਾਜ ਨੇ ਜਲਾਹੇ ਤੇ ਜਲਾਹੀ ਨੂੰ ਬੁਲਾ ਕੇ ਸਾਹਮਣੇ ਖੜੇ ਕਰ ਲਿਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਤੁਸੀਂ ਇਹਨਾਂ ਨੂੰ ਨਿਥਾਵਾਂ ਕਿਹਾ? ਗੁਰੂ ਅਮਰਦਾਸ ਜੀ ਨੂੰ ਪਹਿਲਾਂ ਪੁੱਛਿਆ ਇਹਨਾਂ ਨੇ ਤੁਹਾਨੂੰ ਨਿਥਾਵਾਂ ਕਿਹਾ? ਗੁਰੂ ਅਮਰਦਾਸ ਜੀ ਦਾ ਇੰਨਾ ਸੋਹਣਾ ਜਵਾਬ ਹੈ, ਫਿਰ ਵੀ ਪਿਤਾ ਰੂਪ ਨੇ ਨਾ, ਬ੍ਰਹਮ ਰੂਪ ਨੇ, ਗਲਤ ਜਵਾਬ ਨਹੀਂ ਦਿੰਦੇ, ਈਰਖਾ ਵਾਲਾ ਨਹੀਂ ਦਿੰਦੇ, ਜੀਵਾਂ ਵਾਲਾ ਜਵਾਬ ਨਹੀਂ ਦਿੰਦੇ। ਕਹਿ ਸਕਦੇ ਸੀ ਹਾਂ ਮਹਾਰਾਜ ਜੀ ਮੈਨੂੰ ਇਹਨਾਂ ਨੇ ਕਿਹਾ ਇਹਨਾਂ ਨੂੰ ਨਰਕਾਂ ਨੂੰ ਭੇਜੋ, ਪਰ ਉਪਕਾਰੀ ਕੀ ਹੋਏ ਫਿਰ ਸੱਚੇ ਪਾਤਸ਼ਾਹ? ਮਹਾਰਾਜ ਕਹਿੰਦੇ ਮਹਾਰਾਜ ਜਦ ਤੱਕ ਜੀਵ ਨੂੰ ਹਿਰਦੇ ਰੂਪੀ ਸਥਾਨ ਦੇ ਵਿੱਚ ਟਿਕਾਓ ਪ੍ਰਾਪਤ ਨਹੀਂ ਹੁੰਦਾ, ਮਨ ਹਿਰਦੇ ਰੂਪੀ ਘਰ 'ਚ ਨਹੀਂ ਬੈਠਦਾ, ਉਦੋਂ ਤੱਕ ਜੀਵ ਨਥਾਵਾਂ ਹੀ ਹੈ, ਨਿਮਾਣਾ ਹੀ ਹੈ। ਜਦ ਹਿਰਦੇ ਰੂਪੀ ਘਰ ਦੇ ਵਿੱਚ ਟਿਕਾਓ ਹੋ ਗਿਆ ਤਾਂ ਜੀਵ ਜਿਹੜਾ ਹੈ ਮਾਣ ਵਾਲਾ ਹੋ ਜਾਂਦਾ ਹੈ, ਥਾਂ ਵਾਲਾ ਹੋ ਜਾਂਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਆਪਣੇ ਮੁਖ ਵਿੱਚ ਉਹਨਾਂ ਦੇ ਬਚਨ ਨਿਕਲੇ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਧੰਨ ਹੋ। ਤੁਸੀਂ ਡੋਲੇ ਨਹੀਂ, ਤੁਹਾਡੀ ਇੰਨੀ ਪਰਖ ਲਈ ਤੁਸੀਂ ਇਹ ਨਹੀਂ ਕਿਹਾ ਵੀ ਹਾਂ ਇਹਨਾਂ ਨੇ ਮੈਨੂੰ ਨਥਾਵਾਂ ਕਿਹਾ। ਮਹਾਰਾਜ ਜੀ ਉੱਠ ਕੇ ਖੜੇ ਹੋ ਗਏ, ਉਸੇ ਵਕਤ ਇਸ਼ਨਾਨ ਕਰਵਾ ਕੇ ਸੋਹਣੇ ਬਸਤਰ ਪਹਿਨਾ ਕੇ ਗੁਰੂ ਅਮਰਦਾਸ ਜੀ ਨੂੰ ਆਪਣੀ ਥਾਂ ਬਿਠਾ ਕੇ ਮੱਥਾ ਟੇਕ ਦਿੱਤਾ। ਤੁਸੀਂ ਧੰਨ ਹੋ। ਕਿਉਂ? ਤੁਸੀਂ ਇਹਨਾਂ ਦੀ ਸ਼ਿਕਾਇਤ ਹੀ ਨਹੀਂ ਕੀਤੀ। ਜੇ ਸ਼ਿਕਾਇਤ ਤਾਂ ਤੁਸੀਂ ਤਾਂ ਕਰੋ ਤਾਂ ਤੁਹਾਡੇ ਮਨ 'ਚ ਈਰਖਾ ਹੋਵੇ। ਤੁਸੀਂ ਤਾਂ ਸਾਂਝਾ ਸਾਹਿਬ, ਬਾਪ ਹਮਾਰਾ, ਤੁਸੀਂ ਤਾਂ ਮਾਲਕ ਹੋ ਸਾਰਿਆਂ ਦੇ, ਸਾਡੇ ਸਾਂਝੇ ਹੋ। ਦੇਹ ਨਿਮਾਣੀ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਇਹ ਵਿਚਾਰਾ ਜੀਵ ਕੀ ਕਰ ਸਕਦਾ ਹੈ? ਜੀ ਦੇਹੀ ਕੀ ਕਰ ਸਕਦੀ ਹੈ? ਕਿਉਂਕਿ
ਲਿਵ ਲੱਗੀ ਤੋਂ ਬਿਨਾਂ ਸਾਡੀ ਦੇਹੀਆਂ ਜਿਹੜੀਆਂ ਤੁਰੀਆਂ ਫਿਰਦੀਆਂ ਨਿਮਾਣੀਆਂ ਦੇਹੀਆਂ ਵਿਚਾਰੀਆਂ, ਕੋਈ ਮਾਣ ਸਤਿਕਾਰ ਨਹੀਂ ਮਿਲਦਾ। ਇੱਥੇ ਕੀ ਹੋ ਗਿਆ, ਕਿਸੇ ਨੇ ਆਪਣਾ ਮਾਣ ਸਤਿਕਾਰ ਕਰਤਾ, ਆਪਾਂ ਇੱਕ ਦੂਜੇ ਦਾ ਕਰੀ ਜਾਓ ਬਈ, ਭਾਵੇਂ ਸਿਹਰੇ ਪਾਓ, ਭਾਵੇਂ ਜਿੰਦਾਬਾਦ ਕਰੋ, ਭਾਵੇਂ ਜੋ ਮਰਜ਼ੀ ਕਰੋ, ਇਹਨੂੰ ਕੋਈ ਮਾਣ ਸਤਿਕਾਰ ਨਹੀਂ ਗਿਣਿਆ ਜਾਂਦਾ। ਮਾਣ ਸਤਿਕਾਰ ਤਾਂ ਉਦੋਂ ਗਿਣਿਆ ਜਾਂਦਾ ਜਦੋਂ ਧਰਮ ਰਾਜਾ ਸਾਡਾ ਸਤਿਕਾਰ ਕਰੂਗਾ, ਜਦੋਂ ਬੜੇ ਬੜੇ ਸਾਡਾ ਸਤਿਕਾਰ ਕਰਨਗੇ, ਜਦੋਂ ਪਰਲੋਕ ਵਿੱਚ ਸਾਨੂੰ ਸਤਿਕਾਰ ਮਿਲੇਗਾ, ਜਦੋਂ ਗੁਰੂ ਸਾਹਿਬ ਸਾਨੂੰ ਸਤਿਕਾਰ ਮਾਣ ਸਤਿਕਾਰ ਦੇਣਗੇ, ਭਗਤੀ ਦਾ ਸਿਰੋਪਾ ਬਖਸ਼ਿਸ਼ ਕਰਨਗੇ, ਜਦੋਂ ਸਾਡੀ ਲਿਵ ਲੱਗ ਜਾਵੇਗੀ ਪ੍ਰਮਾਤਮਾ ਦੇ ਵਿੱਚ। ਹੁਣ ਮਹਾਰਾਜ ਜੀ ਸਾਡੀ ਲਿਵ ਆਪਣੇ ਆਪ ਨਹੀਂ ਲੱਗਦੀ, ਅਸੀਂ ਤਾਂ ਰੋਜ਼ ਯਤਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹਾਂ, ਸਭ ਕੁਝ ਕਰਦੇ ਹਾਂ, ਯਤਨ ਕਰਦੇ ਹਾਂ, ਲਿਵ ਨਹੀਂ ਜੁੜਦੀ। ਹੁਣ ਤਾਂ ਸਾਡੀ ਤੁਹਾਡੇ ਕੋਲ ਹੀ ਹੱਥ ਬੰਨ੍ਹ ਕੇ ਬੇਨਤੀ ਹੈ, ਤੁਧ ਬਾਝ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਬਨ ਵਾਲੀ, ਬਨ ਜੰਗਲ ਦਾ ਵਾਲੀ, ਇਹ ਸੰਸਾਰ ਰੂਪੀ ਜੰਗਲ ਦਾ ਵਾਲੀ ਹੈ, ਬਗੀਚੇ ਦਾ ਵਾਲੀ, ਮਾਲਕ ਪਾਲਕ ਪ੍ਰਤਪਾਲਕ ਆਪ ਹੀ ਹੈ ਪਰਮੇਸ਼ਰ। ਬਨਵਾਰੀਆ ਉਹਦਾ ਨਾਮ ਹੀ ਹੈ, ਕਿਰਪਾ ਕਰ ਬਨਵਾਰੀਆ। ਇਹ ਸੰਸਾਰ ਬਾਗ ਦੇ ਮਾਲਕ ਤੁਸੀਂ ਹੀ ਕਿਰਪਾ ਕਰੋ, ਸਾਡੀ ਤਾਂ ਬਿਰਤੀ ਜੁੜਦੀ ਹੀ ਨਹੀਂ ਜਦ ਤੱਕ ਤੁਸੀਂ ਨਹੀਂ ਨਾ ਕਿਰਪਾ ਕਰਦੇ। ਚੱਲਦੇ ਪਾਣੀ ਵਿੱਚ ਇੰਜੀਨੀਅਰ ਜਿਹੜੇ ਨੇ ਚੱਲਦੇ ਪਾਣੀ ਵਿੱਚ ਪੁਲ ਬਣਾ ਦਿੰਦੇ ਨੇ, ਬੜਾ ਢੰਗ ਆ ਉਹਨਾਂ ਕੋਲੇ, ਚਾਰੇ ਪਾਸੇ ਇੱਕ ਲੋਹੇ ਦਾ ਖੜਾ ਕਰਕੇ ਪਾਈਪ ਜਾਂ ਵੱਡਾ ਚੌੜਾ, ਉਹ ਚੋਂ ਪਾਣੀ ਕੱਢ ਕੇ ਉਹ ਥਾਂ ਨੂੰ ਖਾਲੀ ਕਰਕੇ ਦਰਿਆ ਚੱਲਦਾ, ਉਹ 'ਚ ਡੂੰਘੀ ਥਾਂ ਪੱਟ ਕੇ ਉੱਥੇ ਥੰਮਲਾ ਖੜਾ ਕਰ ਦਿੰਦੇ ਨੇ। ਕਮਾਲ ਦੀ ਗੱਲ ਹੈ, ਚੱਲਦੇ ਦਰਿਆ ਵਿੱਚ ਪੁਲ ਬਣਾਉਣਾ ਕਿਹੜਾ ਸੌਖਾ, ਜਿੰਨਾ ਉਹ ਔਖਾ ਨਾ, ਇਸੇ ਤਰ੍ਹਾਂ ਹੀ ਚੱਲਦੇ ਹੋਏ ਵਹਿਣ ਵਿੱਚ ਮਾਇਆ ਵਿੱਚ ਰਹਿੰਦਿਆਂ ਹੋਇਆਂ ਆਪਣੀ ਲਿਵ ਬਿਰਤੀ ਜੁੜ ਨਹੀਂ ਸਕਦੀ ਜਦ ਤੱਕ ਸਤਿਗੁਰੂ ਰੂਪੀ ਇੰਜੀਨੀਅਰ ਆ ਕੇ ਸਾਡੇ ਅੰਦਰੋਂ ਇੱਛਾਵਾਂ ਨੂੰ ਦੂਰ ਨਹੀਂ ਕਰਦੇ, ਮਾਇਆ ਨੂੰ ਰੋਕਦੇ ਨਹੀਂ ਹੈ। ਜੀ ਤੇ ਕਿਰਪਾ ਕਰ ਦੇਣ, ਅੱਗੇ ਚੱਲ ਕੇ ਨਹੀਂ ਕਹਿੰਦੇ ਗੁਰਪ੍ਰਸਾਦੀ ਜਿਨ੍ਹਾਂ ਲਿਵ ਲੱਗੀ, ਇਹ ਉਹੀ ਲਿਵ ਹੈ ਜਿਹੜੀ ਹੁਣ ਕਹਿੰਦੇ ਨੇ ਤਿੰਨੀ ਵਿੱਚੇ ਮਾਇਆ ਪਾਇਆ। ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਦੀ ਲਿਵ ਲੱਗ ਜਾਂਦੀ ਆ, ਉਹਨਾਂ ਨੇ ਮਾਇਆ ਦੇ ਵਿੱਚ ਰਹਿੰਦਿਆਂ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਤੁਧ ਬਾਝ ਸਮਰੱਥ ਕੋਇ ਨਾਹੀ, ਕਿਰਪਾ ਕਰ ਬਨਵਾਰੀਆ। ਤੁਹਾਡੇ ਤੋਂ ਬਿਨਾਂ ਕੋਈ ਸਮਰੱਥ ਨਹੀਂ ਹੈ ਮੇਰੇ ਮਾਲਕ, ਤੁਸੀਂ ਹੀ ਕਿਰਪਾ ਕਰਨੀ ਹੈ। ਅਸੀਂ ਮਨ ਨੂੰ ਟਿਕਾਉਣ ਲਈ ਸਮਰੱਥ ਨਹੀਂ ਹਾਂ, ਸਾਡਾ ਤਾਂ ਇੱਕ ਬਹਾਨਾ ਹੀ ਹੈ, ਸਾਡਾ ਤਾਂ ਸਭ ਕੁਝ ਕਟਪੁਤਲੀਆਂ ਦੀ ਤਰ੍ਹਾਂ ਹੈ। ਇਸ ਨਾ ਹੋਰ ਥਾਂ ਨਾਹੀਂ, ਇਹ ਨਿਮਾਣੀ ਦੇਹੀ ਨੂੰ ਹੋਰ ਕੋਈ ਥਾਂ ਵੀ ਹੈ ਨਹੀਂ, ਤੁਸੀਂ ਕਿਰਪਾ ਕਰੋ। ਸ਼ਬਦ ਲਾਗ ਸਵਾਰੀਆ, ਕਿਰਪਾ ਕਰਕੇ ਸ਼ਬਦ ਦੇ ਨਾਲ ਜੋੜ ਕੇ ਤੁਸੀਂ ਸਵਾਰ ਦਿਓ, ਨਾ ਤਾਂ ਸਾਤੋਂ ਕੁਝ ਨਹੀਂ ਹੁੰਦਾ। ਜਦ ਤੱਕ ਆਪਣਾ ਆਪ ਨਹੀਂ ਛੱਡਦੇ ਆਪਾਂ, ਉਦੋਂ ਤੱਕ ਕੁਝ ਨਹੀਂ ਹੋਣਾ। ਜਦ ਤੱਕ ਇਸ ਅਵਸਥਾ 'ਚ ਨਹੀਂ ਆਉਂਦੇ ਵੀ ਮੇਰੇ ਹੱਥ ਖੜੇ ਮਹਾਰਾਜ ਮੈਥੋਂ ਕੁਝ ਨਹੀਂ ਹੁੰਦਾ, ਮੈਂ ਤਾਂ ਆਪਣਾ ਜ਼ੋਰ ਲਾ ਲਿਆ, ਆਖਣ ਜ਼ੋਰ, ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ ਮਰਨ ਨਾ ਜ਼ੋਰ। ਜਦੋਂ ਤੱਕ ਇੱਥੇ ਖੜਦੇ ਨਹੀਂ ਆ ਕੇ, ਉਦੋਂ ਤੱਕ ਮਹਾਰਾਜ ਕਹਿੰਦੇ ਲਾਈ ਜੋ ਵੀ ਆਪਣਾ ਜ਼ੋਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਕਹਿ ਨਾਨਕ ਲਿਵੈ ਬਾਝੋਂ ਕਿਆ ਕਰੇ ਵਿਚਾਰੀਆ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਇੱਕ ਲਿਵ ਲੱਗੀ ਤੋਂ ਬਿਨਾਂ ਇਹ ਵਿਚਾਰੀ ਦੇਹੀ ਕੀ ਕਰ ਸਕਦੀ ਹੈ। ਇਹ ਸੋਧੀ ਜੀ ਨਿਮਾਣੀ ਜੀ ਦੇਹੀ, ਇਹ ਜੀਵ ਦੀ ਦੇਹੀ, ਇਹ ਕੀ ਖਾਸ ਗੱਲ ਨਹੀਂ ਹੈ। ਦੇਹੀ ਇਤਨਕ ਲਾਗਾ ਠਨਕਾ ਕਿੰਨੀ ਕੁ ਹੈ, ਮਾੜਾ ਜਿਹਾ ਐਵੇਂ ਠੋਕਰ ਵਜੀ ਤਾਂ ਮਰ ਜਾਂਦਾ ਹੈ। ਇਸ ਜੀਵ ਦੀ ਕੋਈ ਕੀਮਤ ਨਹੀਂ ਉਦੋਂ ਤੱਕ ਪੈਂਦੀ ਜਦ ਤੱਕ ਇਹਦੇ ਹਿਰਦੇ 'ਚ ਨਾਮ ਦਾ ਵਾਸਾ ਨਹੀਂ ਹੁੰਦਾ। ਤਾਂ ਮਹਾਰਾਜ ਕਹਿੰਦੇ ਨਾਮ ਦਾ ਵਾਸਾ ਸਤਿਗੁਰੂ ਦੀ ਕਿਰਪਾ ਨਾਲ ਹੋਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕਰਨੀ ਹੈ। ਅੱਜ ਦੂਜ ਦਾ ਦਿਨ ਹੈ, ਕੱਲ ਏਕਮ ਸੀ, ਪਰਸੋਂ ਮੱਸਿਆ ਸੀ। 1765 ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਸਿਆ ਵਾਲੇ ਦਿਨ ਸ੍ਰੀ ਹਜੂਰ ਸਾਹਿਬ ਅਖੰਡ ਪਾਠ ਪ੍ਰਾਰੰਭ ਕਰਵਾਇਆ। ਇਸ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਨੂੰ ਗੁਲਖਾਂ ਉਹਨਾਂ ਨੇ ਬੱਖੀ ਛੁਰਾ ਮਾਰਿਆ, ਅੱਛੇ ਵੈਦ ਬੁਲਾਏ ਗਏ, ਟਾਂਕੇ ਜੋੜੇ ਗਏ। ਬਹਾਦਰ ਸ਼ਾਹ ਨੇ ਵੀ ਆਪਣੇ ਵੱਲੋਂ ਭੇਜੇ ਵੈਦ। ਇੱਕ ਅੰਗਰੇਜ਼ ਡਾਕਟਰ ਵੀ ਆਇਆ ਸੀ, ਉਹਨੇ ਬੜੇ ਸੋਹਣੇ ਢੰਗ ਨਾਲ ਟਾਂਕੇ ਲਾ ਵੀ ਦਿੱਤੇ, ਪਰ ਕੋਈ ਪ੍ਰੇਮੀ ਬਹੁਤ ਸੋਹਣੇ ਤੀਰ ਕਮਾਨ ਲੈ ਕੇ ਆਇਆ, ਨੌਂ ਟੰਕਾਰ ਦਾ ਧਨਕ।
ਉਹ ਤੇ ਚਿੱਲਾ ਨਹੀਂ ਕਿਸੇ ਤੋਂ ਚੜਦਾ ਸੀ। 10ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਵੀ ਨਹੀਂ ਹੈ ਇੰਨਾ, ਲਿਆਓ ਅਸੀਂ ਚੜਾਉਨੇ ਚਿੱਲਾ। ਜਦ ਮਹਾਰਾਜ ਨੇ ਤੀਰ ਪਾ ਕੇ ਵਿੱਚ ਖਿੱਚਿਆ ਤਾਂ ਇੱਕਦਮ ਸਾਰੇ ਟਾਂਕੇ ਟੁੱਟ ਗਏ। ਟਾਂਕੇ ਟੁੱਟਣ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਅਸਲ 'ਚ ਭਾਈ ਸਾਡਾ ਸਮਾਂ ਆ ਗਿਆ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅਖੰਡ ਪਾਠ, ਜਿੱਥੇ ਹੁਣ ਸ੍ਰੀ ਤਖਤ ਸਾਹਿਬ ਦਾ ਸਥਾਨ ਹੈ, ਜਿੱਥੇ ਸੁੰਦਰ ਸੋਹਣੇ ਸ਼ਸਤਰ ਪਏ ਨੇ, ਇੱਥੇ ਹੀ ਮਹਾਰਾਜ ਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਇਆ। ਲਾਗੇ ਇੱਕ ਤੰਬੂ ਲਗਵਾ ਲਿਆ। ਤੰਬੂ ਦੇ ਵਿੱਚ ਬੈਠ ਗਏ ਤੇ ਪਾਠੀ ਨੂੰ ਕਹਿਣ ਲੱਗੇ ਪਾਠ ਸਭ ਨੇ ਭਾਈ ਉੱਚੀ ਬੋਲ ਕੇ ਕਰਨਾ, ਅਸੀਂ ਸਾਰਾ ਪਾਠ ਆਪ ਸ਼ਰਵਣ ਕਰਾਂਗੇ। 10ਵੇਂ ਪਾਤਸ਼ਾਹ ਨੇ ਪਹਿਲੀ ਵਾਰੀ ਸ੍ਰੀ ਦਮਦਮਾ ਸਾਹਿਬ ਅਖੰਡ ਪਾਠ ਸਾਰਾ ਸ਼ਰਵਣ ਕੀਤਾ 1762 ਚ ਜਦੋਂ ਇੱਥੇ ਅਰਥ ਕਰਾਏ ਨੇ। ਤਾਂ ਸ੍ਰੀ ਹਜੂਰ ਸਾਹਿਬ ਦੂਸਰਾ ਅਖੰਡ ਪਾਠ ਆਪ ਜੀ ਨੇ ਆਪ ਸਾਰਾ ਸ਼ਰਵਣ ਕੀਤਾ। 3 ਦਿਨ ਬਿਨਾਂ ਪ੍ਰਸ਼ਾਦੇ ਤੋਂ ਜਲ ਥੋੜਾ ਛਕਦੇ ਸੀ, ਕਿਰਿਆ ਕੋਈ ਨਹੀਂ ਕੀਤੀ। ਸਤਿਗੁਰੂ ਮਹਾਰਾਜ ਵਾ ਜਦੋਂ ਸਮਾਂ ਹੋਣਾ ਉੱਥੇ ਹੀ ਪਟੜਾ ਡਾਹ ਕੇ, ਉੱਥੇ ਹੀ ਬਸਤਰ ਉਤਾਰ ਕੇ ਉੱਤੇ ਪਾਣੀ ਪਵਾ ਲੈਣਾ, ਅੰਮ੍ਰਿਤ ਵੇਲੇ ਜਲ ਪਵਾ ਕੇ ਬਸਤਰ ਪਹਿਨ ਕੇ ਫੇਰ ਸੱਜ ਜਾਂਦੇ। ਪਾਠੀ ਸਿੰਘ ਤੋਂ 48 ਘੰਟੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਸ਼ਰਵਣ ਕੀਤਾ। ਇਸ ਵਕਤ ਤੱਕ ਆ ਕੇ ਭੋਗ ਪਿਆ ਅੱਜ ਦੇ ਦਿਨ। ਉਸ ਵਕਤ ਮਹਾਰਾਜ ਨੇ ਚਿੱਟਾ ਪੁਸ਼ਾਕਾ ਪਹਿਨਿਆ ਸੀ ਸਿਰ ਤੋਂ ਲੈ ਕੇ ਚਰਨਾਂ ਤੱਕ। ਸਤਿਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਿਆ, ਸਾਰੀ ਸੰਗਤ ਨੂੰ ਬੁਲਾ ਲਿਆ। ਬਹੁਤ ਭਾਰੀ ਇਕੱਠ, ਲੰਗਰ ਚੱਲਿਆ ਕਈ ਦਿਨ, ਬੜਾ ਭਾਰੀ ਲੰਗਰ ਚੱਲਿਆ। ਉਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਸਿੰਘਾਂ ਨੂੰ ਕਹਿਤਾ ਭਾਈ ਹੁਣ ਸਾਡਾ ਸਮਾਂ ਆ ਗਿਆ, ਤੇ ਇਸ ਕਰਕੇ ਹੁਣ ਸਮਾਂ ਨੇੜੇ ਹੈ। ਅੱਜ ਤੋਂ ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਚੱਲੇ। ਆਪਣੀ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ ਉਤਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ। ਜਿਹੜੀ ਸ੍ਰੀ ਸਾਹਿਬ ਪਹਿਲਾਂ ਬੰਦੇ ਬਹਾਦਰ ਦੇ ਗਲ 'ਚ ਜਾਣ ਬੁੱਝ ਕੇ ਪਾਉਣ ਲੱਗੇ ਸੀ ਕਿ ਦੇਖੀਏ ਪੰਥ ਸਾਡਾ ਸਾਵਧਾਨ ਹੈ ਕਿ ਨਹੀਂ। ਸੋ ਮਹਾਰਾਜ ਜੀ ਨੇ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ ਜੇ ਬੰਦੇ ਬਹਾਦਰ ਨੂੰ ਤੀਰ ਦਿੱਤੇ, ਹੋਰ ਬਖਸ਼ਿਸ਼ਾਂ ਕੀਤੀਆਂ। ਵੱਡੀ ਸ੍ਰੀ ਸਾਹਿਬ ਉਹਦੇ ਗਾਤਰੇ ਪਾਉਣ ਲੱਗੇ। ਭਾਈ ਦਇਆ ਸਿੰਘ ਨੇ ਮਹਾਰਾਜ ਦੀ ਬਾਂਹ ਪਕੜ ਲਈ, ਮਹਾਰਾਜ ਇਹਨੂੰ ਸਾਡਾ ਗੁਰੂ ਬਣਾਉਣਾ ਜੇ। ਮਹਾਰਾਜ ਹੱਸ ਕੇ ਕਹਿੰਦੇ ਇਹ ਤਾਂ ਅਸੀਂ ਤੁਹਾਨੂੰ ਪਰਖਣ ਵਾਸਤੇ ਕੀਤਾ, ਅਸੀਂ ਪਾਉਣੀ ਨਹੀਂ ਸੀ। ਹੁਣ ਸਾਨੂੰ ਇੰਨਾ ਕੁ ਭਰੋਸਾ ਹੋ ਗਿਆ ਵੀ ਸਾਡਾ ਖਾਲਸਾ ਜਾਗਰਤ ਹੋ ਗਿਆ। 6ਵੇਂ ਪਾਤਸ਼ਾਹ ਨੇ ਕਿਹਾ ਸੀ ਕਿ 10ਵੇਂ ਸਰੂਪ ਤੱਕ ਅਸੀਂ ਖਾਲਸੇ ਨੂੰ ਆਪਣੇ ਸਾਰੇ ਗੁਣ ਦੇ ਦਿਆਂਗੇ। ਇਸ ਕਰਕੇ ਮਹਾਰਾਜ ਨੇ ਵੱਡੀ ਗਾਤਰੇ ਵਾਲੀ ਸ੍ਰੀ ਸਾਹਿਬ 5 ਪੈਸੇ ਨਾਲ ਏਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੇ। ਅਤੇ ਤਾਬਿਆ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ ਸੀ। ਬਹੁਤਿਆਂ ਨੂੰ ਪਤਾ ਨਹੀਂ ਨਾ ਹੈ, ਤਾਬਿਆ ਭਾਈ ਮਨੀ ਸਿੰਘ ਨੂੰ ਬਿਠਾਇਆ ਤੇ ਪਿੱਛੇ ਜਿਹੜੇ 5 ਪਿਆਰੇ ਖੜੇ ਕੀਤੇ ਸੀ ਭਾਈ ਗੁਰਬਖਸ਼ ਸਿੰਘ ਜੀ, ਸ਼ਹੀਦ ਦਮਦਮੀ ਟਕਸਾਲ ਦੇ ਮੁਖੀ ਵੀ ਰਹੇ ਨੇ, 12ਵੇਂ 13ਵੇਂ ਮੁਖੀ ਨੇ ਉਹ, ਜਿਨ੍ਹਾਂ ਦਾ ਬੁੰਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹੈ। ਕਦੇ ਜਾਓ ਦਰਸ਼ਨ ਕਰਿਓ, ਪਿਛਲੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਬੁੰਗਾ ਹੈ ਭਾਈ ਗੁਰਬਖਸ਼ ਸਿੰਘ ਦਾ। ਦੂਸਰੇ ਪਿਆਰੇ ਸੀ ਭਾਈ ਬਾਬਾ ਦੀਪ ਸਿੰਘ ਜੀ। ਤੀਸਰੇ ਪਿਆਰੇ ਸੀ ਭਾਈ ਧਰਮ ਸਿੰਘ ਜੀ 5 ਪਿਆਰਿਆਂ ਵਿੱਚੋਂ। ਚੌਥੇ ਪਿਆਰੇ ਸੀ ਭਾਈ ਹਰ ਸਿੰਘ ਜੀ, ਜਿਹੜੇ ਮਹਾਰਾਜ ਦੀ ਡਾਇਰੀ ਲਿਖਿਆ ਕਰਦੇ ਸੀ ਰੋਜ਼ ਦੀ। ਪਹਿਲਾਂ ਭਾਈ ਡਾਇਰੀ ਲਿਖਿਆ ਕਰਦੇ ਭਾਈ ਆਲਮ ਸਿੰਘ, ਜਿਹੜੇ ਚਮਕੌਰ ਸਾਹਿਬ ਸ਼ਹੀਦ ਹੋ ਗਏ ਸੀ। ਫਿਰ 5ਵੇਂ ਜਿਹੜੇ ਪਿਆਰੇ ਸੀ ਤਾਬਿਆ ਖੜੇ ਕੀਤੇ, ਉਹ ਜਿਹੜੇ ਭਾਈ ਸੰਤੋਖ ਸਿੰਘ ਜੀ ਸ੍ਰੀ ਹਜੂਰ ਸਾਹਿਬ ਦੇ ਸਾਰਿਆਂ ਨਾਲੋਂ ਪਹਿਲੇ ਹੈੱਡ ਪੁਜਾਰੀ ਹੋਏ ਨੇ। 10ਵੇਂ ਪਾਤਸ਼ਾਹ ਨੇ ਥਾਪੇ ਸੀ ਉਸ ਸਥਾਨ ਤੇ, 5ਵੇਂ ਉਹ ਖੜੇ ਸੀ। ਇਹ 5 ਸਿੰਘ ਜਿਹੜੇ ਸੀ, ਤਾਬਿਆ ਭਾਈ ਮਨੀ ਸਿੰਘ ਨੂੰ ਵੀ ਖੜਾ ਕੀਤਾ ਤੇ ਇਸੇ ਪ੍ਰਕਾਰ 5 ਪਿਆਰੇ ਨਾਲ, ਤੇ ਇਸੇ ਤਰ੍ਹਾਂ ਹੀ ਵਿੱਚ ਸੰਗਤ। ਕਿਉਂਕਿ ਜਦੋਂ ਅਸੀਂ ਐਸੀਆਂ ਚੀਜ਼ਾਂ ਇਤਿਹਾਸ ਵਿੱਚ ਖੋਜਦੇ ਹਾਂ, ਮਹਾਂਪੁਰਸ਼ਾਂ ਨੂੰ ਪੁੱਛਦੇ ਹਾਂ, ਆ ਜਿੰਨੀ ਮਰਿਆਦਾ ਹੈ ਵੀ ਕੌਣ ਖੜਾ, ਕਿਵੇਂ ਮਰਿਆਦਾ ਹੋਈ, ਇਹ ਸਾਰਿਆਂ ਨਾਲੋਂ ਸਾਡੇ ਕੋਲ ਪੁਰਾਤਨ ਬਾਬਾ ਮਿੱਤ ਸਿੰਘ ਜੀ ਹਜੂਰ ਸਾਹਿਬ ਵਾਲੇ ਹੋਏ ਨੇ। ਉਹ ਇਹ ਮਰਿਆਦਾ ਦੱਸਿਆ ਕਰਦੇ ਸੀ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਕਹਿੰਦੇ ਇਹ ਸਿੰਘ ਖੜੇ ਹੋਏ ਸੀ ਤਾਬਿਆ ਤੇ ਇੰਨੀ ਸੰਗਤ ਖੜੀ ਹੋਈ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ 5 ਪ੍ਰਕਰਮਾਂ ਕੀਤੀਆਂ। 5 ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਸੱਚੇ ਪਾਤਸ਼ਾਹ ਨੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਉਹਨਾਂ ਨੂੰ ਕਵਿਤਾ ਰੂਪ ਵਿੱਚ ਗਿਆਨੀ ਗਿਆਨ ਸਿੰਘ ਨੇ ਅੰਕਿਤ ਕੀਤਾ। ਇਹ
ਪੰਥ ਪ੍ਰਕਾਸ਼ ਦੇ ਵਿੱਚ। ਸੋ ਮਹਾਰਾਜ ਨੇ ਜੋ ਫਿਰ ਉਸ ਵਕਤ ਬਚਨ ਕਹੇ ਉਹ ਆਪਾਂ ਹਰ ਰੋਜ਼ ਕਾਵ ਰਚਨਾ ਵਿੱਚ ਪੜ੍ਹਦੇ ਆ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹ खोज शब्द में राज करेगा खालसा। आकी रहे न कोय ख्वार होए सब मिलेंगे बचे शरण जो। इस प्रकार महाराज ने बचन संगत नूं करता भाई अज तो गुरु ग्रंथ साहिब महाराज तुहाडे सतगुरु ने, मेरे भी सतगुरु ने, मत्था सारे ने इन्हां नूं टेकना अज तो। फिर सतगुरु महाराज सच्चे पातशाह ने अज दूज का दिन है, तीज का दिन, चौथ का दिन, बहुत उपदेश दिता संगत नूं। जो जो जी ने पूछा महाराज ने कहा जो किसी का शंका पूछ लो अज पंचमी वाले दिन भाई असीं चले जाना। फिर महाराज पंचमी वाले दिन वो फिर पंचमी वाले दिन विचार करांगे। फिर दोबारा सचखंड नूं गए। सतगुरु महाराज ने हजूर साहब भाई मनी सिंह दे बेनती करते दसम ग्रंथ बाणी लिखी सी। माता साहब कौर जी के स्थान ते यह बाणी का उच्चारण किया। जिहड़ा परे गुरुद्वारा हीरा घाट है ना उत्थे अर्थ कीते सी दसम ग्रंथ दे महाराज ने। ये बाबा मित सिंह जी दस्या करते भाई इत्थे अर्थ कीते सीगे, इस करके इत्थे भाई मनी सिंह दे बेनती करन तो दसवें पातशाह ने आदि श्री दसम ग्रंथ की बाणी उच्चारण की सी। तो महाराज दसवें पातशाह ने कहा सी जो पुछना पाठियां दी मर्यादावां पुछियां सिंघां ने। महाराज जी फिर ये भी बेनतियां करते महाराज जी इस तरह कोई हो जाए रोग फिर सानू किहड़ा शब्द पढ़ना चाहिए, क्यों उदों फिर जो जो आया विराग दे विच जिन्ना कुछ आया सारा कुछ पुछया। वो एक ग्रंथ बनया पर वो ग्रंथ असलीयत विच नहीं लभ्या हुण तक। हाँ वैसे वो छपिया भी है, कईयां कोल है भी है, मैं देखा, पर असली कित्थे है नहीं पता, क्योंकि वो छपण तो बिना ही रह गया। मुक्त मार्ग का नाम रख के चलिया वो ग्रंथ। वो कई चीज़ां फिर लोगों ने होर भी अपने कोलों विच पा दित्तियां, क्योंकि जिहड़ी चीज़ छप जाती है वो तो बाद च कोई पा नहीं सकता। छपण तो पहला जिवें कवि संतोख सिंह का ग्रंथ सूरज प्रकाश है, ये कई लोगों ने कई चीज़ां पाईयां। गुरु अर्जन देव जी ने गुरु ग्रंथ साहिब का स्वरूप ताइयों बीड़ जिहड़ी बन दित्ती, क्यों कई लोग अपनियां अपनियां बाणियां विच पाउणियां शुरू करतियां सी। सो इस करके सतगुरु महाराज जी ने सानू गुरु ग्रंथ साहिब लड़ लाया। महाराज ने कहा साडा दर्शन है, साडा हिरदा, जो चाहोगे सो गुरु ग्रंथ साहिब महाराज बख्शिश करनगे। अरदास की, हुक्मनामा लिया, अब चल नगर गोबिंद गुरु का नाम जपत सुख पाया राम। ये मुख वाक श्री हजूर साहब आया सी ते संतां के कारज आप खलोया। ये मुख वाक श्री हरमंदर साहब पहले प्रकाश समय आया सी। तो इस प्रकार सतगुरु सच्चे पातशाह ने साडे ते बख्शिशां कीतियां ने। आओ एक मिनट लई हुण नाम नाल जुड़िए, समा काफी हो गया। वाहे गुरु वाहे